ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ ਤੁਹਾਡੀ ਪੰਜਾਬੀ ਪਾਠ ਪੁਸਤਕ ਦਾ 15ਵਾਂ ਪਾਠ ਪੜ੍ਹਨ ਜਾ ਰਹੇ ਹਾਂ, ਜਿਸ ਦਾ ਸਿਰਲੇਖ ਹੈ ਚੰਦਰੀ ਲੂੰਬੜੀ। ਇੱਕ ਕਹਾਣੀ ਹੈ ਅਤੇ ਇਸ ਕਹਾਣੀ ਦੇ ਕਹਾਣੀਕਾਰ ਹਨ ਜਸਬੀਰ ਭੁੱਲਰ। ਚੰਦਰੀ ਦਾ ਭਾਵ ਹੁੰਦਾ ਹੈ ਜੋ ਕਿਸੇ ਦਾ ਚੰਗਾ ਨਹੀਂ ਚਾਹੁੰਦੀ, ਹਮੇਸ਼ਾ ਕਿਸੇ ਦੇ ਬਾਰੇ ਵਿੱਚ ਮਾੜਾ ਸੋਚਦਾ ਹੈ, ਉਸ ਨੂੰ ਚੰਦਰਾ ਕਿਹਾ ਜਾਂਦਾ, ਚੰਦਰੀ ਕਿਹਾ ਜਾਂਦਾ। ਜੋ ਲੂੰਬੜੀ ਹੈ, ਜੈਕਲ ਜੋ ਹੁੰਦੀ ਹੈ, ਔਰ ਚੰਦਰੀ ਲੂੰਬੜੀ ਹੈ, ਉਹਦੇ ਬਾਰੇ ਵਿੱਚ ਇਸ ਪਾਠ ਦੇ ਵਿੱਚ ਗੱਲ ਕੀਤੀ ਗਈ ਹੈ। ਤਾਂ ਅਸੀਂ ਪਾਠ ਸ਼ੁਰੂ ਕਰਦੇ ਹਾਂ। ਲੂੰਬੜੀ ਬਾਹਰਲੇ ਜੰਗਲ ਵਿੱਚ ਰਹਿੰਦੀ ਸੀ। ਉਹ ਸੁਭਾਅ ਦੀ ਵੀ ਚੰਦਰੀ ਸੀ ਅਤੇ ਉਹਦਾ ਨਾਮ ਵੀ ਚੰਦਰੀ ਸੀ। ਜਿਹੜਾ ਸੁਭਾਅ ਸੀ ਉਹਦਾ, ਉਹ ਵੀ ਚੰਦਰਾ ਸੀ, ਬੜਾ ਭੈੜਾ ਸੀ, ਉਹਦਾ ਨਾਮ ਵੀ ਚੰਦਰੀ ਸੀ। ਉਹਦੇ ਮਨ ਵਿੱਚ ਕਿਸੇ ਜੀਵ ਲਈ ਕੋਈ ਤਰਸ ਨਹੀਂ ਸੀ, ਭਾਵ ਕਿਸੇ ਉੱਤੇ ਕੋਈ ਦਇਆ ਨਹੀਂ ਸੀ ਕਰਦੀ। ਉਹ ਸਭ ਨੂੰ ਉਹ ਮਾੜਾ ਹੀ ਸਮਝਦੀ ਸੀ। ਇੱਕ ਵਾਰ ਚੰਦਰੀ ਲੂੰਬੜੀ ਨੂੰ ਰਾਤ ਭਰ ਸ਼ਿਕਾਰ ਨਾ ਮਿਲਿਆ। ਜਦੋਂ ਥੱਕ ਗਈ ਤਾਂ ਉਹਨੇ ਨਦੀ ਵਿੱਚੋਂ ਪਾਣੀ ਪੀਤਾ ਅਤੇ ਭੁੱਖੇ ਢਿੱਡ ਝਾੜੀਆਂ ਵਿੱਚ ਵੜ ਕੇ ਸੌਂ ਗਈ। ਇੱਕ ਦਿਨ ਉਸਨੇ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਕਿਤੋਂ ਵੀ ਉਸਨੂੰ ਸ਼ਿਕਾਰ ਨਾ ਮਿਲਿਆ ਅਤੇ ਇਸ ਤਰ੍ਹਾਂ ਉਹ ਪਾਣੀ ਪੀ ਕੇ, ਨਦੀ ਤੋਂ ਪਾਣੀ ਪੀ ਕੇ ਝਾੜੀਆਂ ਵਿੱਚ ਵੜ ਕੇ, ਜਿਹੜੀਆਂ ਝਾੜੀਆਂ ਮੀਨਸ ਬੁਸ਼ਿਸ਼ ਹੁੰਦੀਆਂ, ਉਹਦੇ ਵਿੱਚ ਵੜ ਕੇ ਉਹ ਸੌਂ ਗਈ। ਪਰਾਂ ਦੀ ਫੜਫੜਾਹਟ ਸੁਣ ਕੇ ਤੜਕਸਾਰ ਉਹਦੀ ਅੱਖ ਖੁੱਲ੍ਹ ਗਈ। ਤੜਕਸਾਰ ਹੁੰਦਾ ਭਾਵ ਸਵੇਰੇ ਸਵੇਰੇ, ਅਰਲੀ ਮਾਰਨਿੰਗ। ਪਰ ਮੀਨਸ ਪੰਖ। ਖੰਭਾਂ ਦੀ ਫੜਫੜਾਹਟ ਸੁਣ ਕੇ ਉਹਦੀ ਸਵੇਰੇ ਸਵੇਰੇ ਉਹਦੀ ਅੱਖ ਖੁੱਲ੍ਹ ਗਈ। ਇੱਕ ਜੰਗਲੀ ਕੁੱਕੜ ਲਾਗਲੀ ਝਾੜੀ ਵਿੱਚੋਂ ਉਡਾਰੀ ਮਾਰ ਕੇ ਇੱਕ ਰੁੱਖ ਦੇ ਟਾਹਣ 'ਤੇ ਜਾ ਬੈਠਾ ਸੀ। ਉਹ ਫੜਫੜਾਹਟ ਕਾਹਦੀ ਸੀਗਾ ਕਿ ਜੋ ਇੱਕ ਜੰਗਲੀ ਕੁੱਕੜ ਸੀ ਉਹ ਉੱਡ ਕੇ ਇੱਕ ਰੁੱਖ ਦੇ ਦਰਖਤ ਦੀ ਟਾਹਣੀ ਉੱਪਰ ਜਾ ਕੇ ਬੈਠ ਗਿਆ। ਉਸ ਦੇ ਖੰਭਾਂ ਦੀ ਪੰਖਾਂ ਦੀ ਆਵਾਜ਼ ਸੀ। ਕੁੱਕੜ ਨੂੰ ਵੇਖਣ ਸਾਰ ਹੀ ਉਹਦੀ ਭੁੱਖ ਜਾਗ ਪਈ। ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ। ਜਿਹੜੀ ਲੂੰਬੜੀ ਸੀਗਾ, ਜਦੋਂ ਕੁੱਕੜ ਦੇ ਖੰਭਾਂ ਦੀ ਫੜਫੜਾਹਟ ਸੁਣੀ ਤਾਂ ਉਹਦੀ ਭੁੱਖ ਦੁਬਾਰਾ ਤੋਂ ਜਾਗ ਪਈ। ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ। ਜਿਸ ਟਾਹਣੀ ਉੱਤੇ ਕੁੱਕੜ ਬੈਠਾ ਹੋਇਆ ਸੀ, ਉਹਦੇ ਹੇਠ ਨਦੀ ਦਾ ਤੇਜ਼ ਵਹਿਣ ਸੀ। ਤੇਜ਼ ਵਹਿਣ ਮੀਨ ਬਹੁਤ ਤੇਜ਼ ਨਦੀ ਜਿਹੜੀ ਸੀ ਚੱਲ ਰਹੀ ਸੀ। ਜਿੱਥੇ ਦਰਖਤ ਸੀਗਾ, ਦਰਖਤ ਦੇ ਹੇਠਾਂ ਇੱਕ ਨਦੀ ਚੱਲ ਰਹੀ ਸੀ ਜਿਹਦਾ ਪਾਣੀ ਦਾ ਬਹਾਵ ਬੜਾ ਤੇਜ਼ ਸੀ। ਚੰਦਰੀ ਲੂੰਬੜੀ ਨੇ ਕੁੱਕੜ ਨੂੰ ਦਬੋਚਣ ਲਈ ਪੂਰੇ ਜ਼ੋਰ ਨਾਲ ਛਾਲ ਮਾਰੀ। ਕੁੱਕੜ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਸੁਚੇਤ ਬੈਠਾ ਸੀ। ਸੁਚੇਤ ਮਤਲਬ ਅਲਰਟ ਹੋ ਕੇ ਬੈਠਾ ਹੋਇਆ ਸੀ। ਕੁੱਕੜ ਨੂੰ ਸੀਗਾ ਕਿ ਕੋਈ ਨਾ ਕੋਈ ਇਸ ਦੇ ਉੱਤੇ ਹਮਲਾ ਕਰ ਸਕਦਾ। ਇਸ ਕਰਕੇ ਕੁੱਕੜ ਜਿਹੜਾ ਸੀ ਉਹ ਪਹਿਲਾਂ ਹੀ ਸੁਚੇਤ ਹੋ ਕੇ, ਅਲਰਟ ਹੋ ਕੇ ਬੈਠਾ ਹੋਇਆ ਸੀ। ਉਹ ਫੜ ਕਰਕੇ ਉੱਡਿਆ ਅਤੇ ਦੂਸਰੇ ਟਾਹਣੇ 'ਤੇ ਜਾ ਬੈਠਾ। ਜਿਹੜਾ ਕੁੱਕੜ ਸੀਗਾ, ਜਦੋਂ ਲੂੰਬੜੀ ਨੇ ਛਾਲ ਮਾਰ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਡ ਕੇ ਦੂਸਰੀ ਟਾਹਣੀ ਉੱਪਰ ਜਾ ਕੇ ਬੈਠ ਗਿਆ। ਚੰਦਰੀ ਲੂੰਬੜੀ ਕੁਝ ਚਿਰ ਖਾਲੀ ਟਾਹਣ ਨਾਲ ਲਮਕਦੀ ਰਹੀ। ਜਦੋਂ ਬਾਹਾਂ ਹੰਭ ਗਈਆਂ ਭਾਵ ਥੱਕ ਗਈਆਂ, ਜਿਹੜੀ ਲੂੰਬੜੀ ਸੀ ਕੁਝ ਸਮਾਂ ਦਰਖਤ ਦੀ ਉਸ ਟਾਹਣੀ ਨਾਲ ਲਟਕੀ ਰਹੀ ਔਰ ਕੁਝ ਸਮੇਂ ਤੋਂ ਬਾਅਦ ਜਿਹੜੀਆਂ ਬਾਹਾਂ ਸੀ ਉਹਦੀਆਂ ਹੰਭ ਗਈਆਂ ਭਾਵ ਥੱਕ ਗਈਆਂ, ਤਾਂ ਉਹ ਨਦੀ ਵਿੱਚ ਡਿੱਗ ਪਈ। ਤਾਂ ਉਹ ਕੁਝ ਦੇਰ ਬਾਅਦ ਨਦੀ ਦੇ ਵਿੱਚ ਡਿੱਗ ਪਈ। ਉਹਨੇ ਕਿਨਾਰੇ ਵੱਲ ਆਉਣ ਲਈ ਹੱਥ ਪੈਰ ਮਾਰੇ, ਪਰ ਨਦੀ ਦਾ ਵਹਿਣ ਉਸ ਨੂੰ ਰੋੜ ਕੇ ਲੈ ਗਿਆ। ਕਿਉਂਕਿ ਪਾਣੀ ਤੇਜ਼ ਸੀ, ਇਸ ਕਰਕੇ ਉਸਨੇ ਬੜੀ ਕੋਸ਼ਿਸ਼ ਕੀਤੀ ਕਿਨਾਰੇ ਤੱਕ ਪਹੁੰਚ ਜਾਵੇ, ਪਰੰਤੂ ਕਿਨਾਰੇ ਤੱਕ ਉਹ ਨਹੀਂ ਪਹੁੰਚ ਸਕੀ ਅਤੇ ਰੁੜ ਗਈ। ਪਾਣੀ ਦੇ ਵਹਿਣ ਅਤੇ ਹਵਾ ਦੇ ਥਪੇੜਿਆਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਉਹਨੂੰ ਨਦੀ ਦੇ ਦੂਸਰੇ ਕਿਨਾਰੇ 'ਤੇ ਜਾ ਸੁੱਟਿਆ। ਕਿਉਂਕਿ ਪਾਣੀ ਦਾ ਬਹੁਤ ਜ਼ਿਆਦਾ ਵਹਾਓ ਸੀ। ਹਵਾ ਦੇ ਥਪੇੜੇ ਭਾਵ ਜਿਵੇਂ ਚਪੇੜਾਂ ਵੱਜਦੀਆਂ ਨੇ ਹਵਾ ਦੀਆਂ, ਇਸ ਤਰ੍ਹਾਂ ਉਹਨੂੰ ਮਹਿਸੂਸ ਹੋਇਆ ਕਿਉਂਕਿ ਹਵਾ ਵੀ ਤੇਜ਼ ਸੀ ਔਰ ਪਾਣੀ ਦਾ ਵਹਿਣ ਜਿਹੜਾ ਸੀ ਉਹ ਬੜਾ ਤੇਜ਼ ਸੀ। ਔਰ ਇਸ ਤਰ੍ਹਾਂ ਕਰਦੀ ਉਹ ਬੇਹੋਸ਼ੀ ਦੀ ਹਾਲਤ ਵਿੱਚ ਦੂਸਰੇ ਕਿਨਾਰੇ ਉੱਪਰ, ਨਦੀ ਦੇ ਦੂਸਰੇ ਕਿਨਾਰੇ ਉੱਪਰ ਪਹੁੰਚ ਗਈ। ਜਦੋਂ ਚੰਦਰੀ ਲੂੰਬੜੀ ਨੂੰ ਹੋਸ਼ ਆਈ ਤਾਂ ਉਹਨੇ ਆਪਣੇ ਆਲੇ ਦੁਆਲੇ ਜੀਵਾਂ ਦੀ ਭੀੜ ਲੱਗੀ ਵੇਖ ਕੇ ਹੈਰਾਨ ਰਹਿ ਗਈ। ਜਦੋਂ ਉਸਨੇ ਦੇਖਿਆ ਉਹਦੇ ਆਸੇ ਪਾਸੇ ਬਹੁਤ ਸਾਰੇ ਛੋਟੇ ਜੀਵ ਸਨ, ਉਹ ਇਕੱਠੇ ਹੋਏ ਸਨ ਔਰ ਉਹਨਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ। ਵੰਨ ਸੁਵੰਨੇ ਜੀਵਾਂ ਵਿੱਚ ਹਿਰਨ, ਬਾਂਦਰ, ਖਰਗੋਸ਼, ਕੰਡਿਆਲਾ, ਬੱਤਖ ਅਤੇ ਹੋਰ ਵੀ ਕਈ ਸਨ। ਭਾਵ ਕਿੰਨੇ ਸਾਰੇ ਜਿਹੜੇ ਜੀਵ ਜੰਤੂ ਸਨ ਉਸ ਝੁੰਡ ਦੇ ਵਿੱਚ, ਉਸ ਇਕੱਠ ਦੇ ਵਿੱਚ ਸਨ। ਭੁੱਖਣ ਭਾਣੀ ਲੂੰਬੜੀ ਦਾ ਜੀਅ ਕੀਤਾ ਉਹ ਦੋਹਾਂ ਚਹੂ ਨੂੰ ਦਬੋਚ ਕੇ ਆਪਣਾ ਢਿੱਡ ਭਰ ਲਵੇ, ਪਰ ਉਹਦੇ ਕੋਲੋਂ ਤਾਂ ਉੱਠਿਆ ਵੀ ਨਹੀਂ ਸੀ ਜਾ ਰਿਹਾ ਕਿਉਂਕਿ ਉਸਦੀ ਬਹੁਤ ਬੁਰੀ ਹਾਲਤ ਸੀਗਾ। ਰਾਤ ਦੀ ਜੋ ਉਸਨੂੰ ਪਾਣੀ ਦੇ ਵਹਾਅ ਵਿੱਚ ਉਸਦੀ ਬਹੁਤ ਬੁਰੀ ਹਾਲਤ ਹੋਈ ਸੀ। ਉਹਦਾ ਮਨ ਤਾਂ ਕੀਤਾ ਕਿ ਇਹਨਾਂ ਵਿੱਚੋਂ ਦੋ ਚਾਰ ਨੂੰ ਫੜ ਕੇ ਉਹ ਖਾ ਲਵੇ,
परंतु ਉਹਦੇ ਵਿੱਚ ਉੱਠਣ ਦੀ ਹਿੰਮਤ ਨਹੀਂ ਸੀ। ਉਹਦਾ ਅੰਗ ਅੰਗ ਦੁਖ ਰਿਹਾ ਸੀ, ਭਾਵ ਉਹਦੀ ਬਹੁਤ ਬੁਰੀ ਹਾਲਤ ਸੀ, ਉਹਦਾ ਸਰੀਰ ਜਿਹੜਾ ਬਹੁਤ ਦੁਖ ਰਿਹਾ ਸੀ। ਕੁਝ ਚਿਰ ਪਿੱਛੋਂ ਉਸ ਨੂੰ ਹੋਸ਼ ਆਈ ਵੇਖ ਕੇ ਬਾਂਦਰ ਨੇ ਪੁੱਛਿਆ, ਤੂੰ ਕੌਣ ਹੈ? ਜਦੋਂ ਥੋੜ੍ਹੀ ਬਹੁਤ ਉਸ ਨੂੰ ਹੋਸ਼ ਆਈ ਲੂੰਬੜੀ ਨੂੰ, ਤਾਂ ਜਿਹੜਾ ਬਾਂਦਰ ਸੀ ਉਹਨਾਂ ਵਿੱਚੋਂ ਉਸਨੇ ਪੁੱਛਿਆ ਵੀ ਤੂੰ ਕੌਣ ਹੈ? ਮੇਰਾ ਨਾਮ ਚੰਦਰੀ ਹੈ, ਮੈਂ ਨਦੀ ਪਾਰਲੇ ਜੰਗਲ ਦੀ ਲੂੰਬੜੀ ਹਾਂ। ਉਸਨੇ ਦੱਸਿਆ ਕਿ ਮੇਰਾ ਨਾਮ ਚੰਦਰੀ ਹੈ ਅਤੇ ਮੈਂ ਦੂਸਰੇ ਜੰਗਲ ਵਿੱਚ ਰਹਿੰਦੀ ਹਾਂ। ਤੂੰ ਇੱਥੇ ਕੀ ਕਰਨ ਆਈ ਹੈ? ਬੁੱਢਾ ਖਰਗੋਸ਼ ਕੁਝ ਅਗਾਂਹ ਹੋਇਆ। ਜਿਹੜਾ ਬੁੱਢਾ ਖਰਗੋਸ਼ ਸੀਗਾ ਉਹਨਾਂ ਵਿੱਚੋਂ ਉਹ ਥੋੜ੍ਹਾ ਅੱਗੇ ਹੋਇਆ ਤਾਂ ਉਸਨੇ ਪੁੱਛਿਆ ਕਿ ਤੂੰ ਇੱਥੇ ਕੀ ਕਰਨ ਵਾਸਤੇ ਆਈ ਹੈ? ਚੰਦਰੀ ਲੂੰਬੜੀ ਜੀਵਾਂ ਦੇ ਭੋਲੇਪਨ ਦਾ ਅੰਦਾਜ਼ਾ ਲਾ ਚੁੱਕੀ ਸੀ। ਉਸ ਨੂੰ ਪਤਾ ਲੱਗ ਗਿਆ ਕਿ ਜਿੰਨੇ ਵੀ ਇੱਥੇ ਜੀਵ ਜੰਤੂ ਨੇ ਬੜੇ ਭੋਲੇ ਭਾਲੇ ਹਨ। ਉਹਨਾਂ ਪਹਿਲਾਂ ਕਦੀ ਕੋਈ ਲੂੰਬੜੀ ਨਹੀਂ ਸੀ ਦੇਖੀ। ਉਹਨੇ ਕਹਾਣੀ ਘੜਦਿਆਂ ਆਖਿਆ, ਬਾਬਾ ਮੇਰੀ ਦੁੱਖ ਭਰੀ ਕਹਾਣੀ ਬਸ ਇੰਨੀ ਹੈ ਕਿ ਮੈਂ ਘਾਹ ਖਾ ਕੇ ਪਾਣੀ ਪੀਣ ਲੱਗੀ ਸਾਂ ਜਦੋਂ। ਉਹਨੇ ਆਪਣੀ ਜਿਹੜੀ ਉਲਟ ਕਹਾਣੀ ਘੜ ਲਈ ਲੂੰਬੜੀ ਨੇ, ਅਤੇ ਉਹ ਬੁੱਢੇ ਖਰਗੋਸ਼ ਨੂੰ ਕਹਿਣ ਲੱਗੀ ਕਿ ਮੇਰੀ ਦੁੱਖ ਭਰੀ ਕਹਾਣੀ ਇੰਨੀ ਹੈ ਕਿ ਮੈਂ ਘਾਹ ਖਾ ਕੇ ਪਾਣੀ ਪੀਣ ਲੱਗੀ ਸਾਂ ਜਦੋਂ। ਉਸ ਤੋਂ ਅੱਗੇ ਉਸਨੇ ਖਾਲੀ ਛੱਡਤਾ, ਭਾਵ ਕਿ ਉਸ ਤੋਂ ਅੱਗੇ ਨਵੀਂ ਕਹਾਣੀ ਘੜ ਰਹੀ। ਬੁੱਢੇ ਖਰਗੋਸ਼ ਨੇ ਉਹਦੇ ਵੱਲ ਵੇਖਿਆ, ਚੰਦਰੀਏ ਤੇਰੇ ਦੰਦ ਵੀ ਬਹੁਤ ਤਿੱਖੇ ਨੇ ਅਤੇ ਨੌਂਦਰਾਂ ਵੀ। ਨੌਂਦਰਾਂ ਤੋਂ ਭਾਵ ਨਹੁੰ ਨਾਖੂਨ ਜਿਹੜੇ ਨੇ, ਤੇਰੇ ਦੰਦ ਵੀ ਕਹਿੰਦਾ ਬਹੁਤ ਤਿੱਖੇ ਨੇ ਔਰ ਤੇਰੇ ਨਹੁੰ ਵੀ ਬੜੇ ਤਿੱਖੇ ਨੇ। ਇਹੋ ਜਿਹੇ ਦੰਦ ਅਤੇ ਨੌਂਦਰਾਂ ਘਾਹ ਖਾਣ ਵਾਲੇ ਜਨੌਰਾਂ ਦੀਆਂ ਨਹੀਂ ਹੁੰਦੀਆਂ। ਜਨੌਰਾਂ ਮੀਨ ਜਾਨਵਰ। ਕਹਿੰਦਾ ਜਿਹਨਾਂ ਜਾਨਵਰਾਂ ਦੇ ਇਸ ਤਰ੍ਹਾਂ ਦੇ ਨਹੁੰ ਔਰ ਇਸ ਤਰ੍ਹਾਂ ਦੇ ਜਿਹੜੇ ਦੰਦ ਨੇ ਉਹ ਹੁੰਦੇ ਨੇ, ਅਜਿਹੇ ਜਾਨਵਰ ਘਾਹ ਨਹੀਂ ਖਾਂਦੇ। ਜਿਹੜਾ ਬੁੱਢਾ ਖਰਗੋਸ਼ ਸੀ ਥੋੜ੍ਹਾ ਸਮਝ ਗਿਆ ਕਿ ਇਹ ਕੁਛ ਗੜਬੜ ਹੈ। ਚੰਦਰੀ ਲੂੰਬੜੀ ਖਰਗੋਸ਼ ਦੀ ਗੱਲ ਸੁਣ ਕੇ ਸਹਿਮ ਗਈ ਭਾਵ ਡਰ ਗਈ। ਚੰਦਰੀ ਲੂੰਬੜੀ ਜਿਹੜੀ ਸੀ ਡਰ ਗਈ ਕਿ ਖਰਗੋਸ਼ ਨੂੰ ਸ਼ਾਇਦ ਮੇਰੀ ਅਸਲੀਅਤ ਦਾ ਪਤਾ ਲੱਗ ਗਿਆ ਹੈ। ਉਹਨੇ ਆਪਣੇ ਦੰਦ ਅਤੇ ਨੌਂਦਰਾਂ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਨੀਵੀਂ ਪਾ ਕੇ ਹੌਲੀ ਜਿਹੀ ਬੋਲੀ, ਨੌਂਦਰਾਂ ਅਤੇ ਦੰਦ ਤਾਂ ਰੱਬ ਦੇ ਬਣਾਏ ਨੇ। ਫਿਰ ਉਸਨੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ, ਇਹ ਤਾਂ ਪਰਮਾਤਮਾ ਨੇ, ਭਗਵਾਨ ਨੇ ਬਣਾਏ ਹੋਏ ਨੇ। ਸਾਰੇ ਜੀਵਾਂ ਵਿੱਚ ਲੂੰਬੜੀ ਦੇ ਦੰਦਾਂ ਅਤੇ ਨੌਂਦਰਾਂ ਬਾਰੇ ਘੁਸਰ ਮੁਸਰ ਹੋਣ ਲੱਗ ਪਈ ਭਾਵ ਉਹਨਾਂ ਵਿੱਚ ਆਪਸੀ ਥੋੜ੍ਹੀ ਗੱਲਬਾਤ ਹੋਣ ਲੱਗ ਪਈ ਕਿ ਇਹਦੇ ਨਹੁੰ ਅਤੇ ਦੰਦ ਜਿਹੜੇ ਨੇ ਕਿਸ ਤਰ੍ਹਾਂ ਦੇ ਹਨ। ਬਤਖ ਨੇ ਕੁਐਂ ਕੀਤੀ। ਜਿਹੜੀ ਬਤਖ ਸੀਗਾ ਉਹ ਬੋਲੀ, ਤੁਸੀਂ ਪਹਿਲਾਂ ਪੂਰੀ ਕਹਾਣੀ ਤਾਂ ਸੁਣ ਲਵੋ। ਬਤਖ ਦੀ ਗੱਲ 'ਤੇ ਸਾਰੇ ਚੁੱਪ ਕਰ ਗਏ। ਜਿਹੜੀ ਬਤਖ ਸੀਗਾ ਉਹ ਕਹਿੰਦੀ ਪਹਿਲਾਂ ਪੂਰੀ ਗੱਲ ਤਾਂ ਸੁਣ ਲਓ ਵੀ ਕੀ ਕਹਿਣਾ ਕੀ ਚਾਹੁੰਦੀ ਹੈ ਉਹ। ਚੰਦਰੀ ਲੂੰਬੜੀ ਨੇ ਆਪਣੀ ਗੱਲ ਮੁੜ ਸ਼ੁਰੂ ਕੀਤੀ। ਮੈਂ ਪਾਣੀ ਪੀਣ ਲੱਗੀ ਸਾਂ ਕਿ ਨਦੀ ਵਿੱਚ ਡਿੱਗ ਪਈ। ਵਹਿਣ ਨਾਲ ਰੁੜ ਕੇ ਹੁਣ ਇੱਥੇ ਆ ਗਈ ਹਾਂ। ਭਾਵੇਂ ਤੁਸੀਂ ਮੈਨੂੰ ਰੱਖੋ ਅਤੇ ਭਾਵੇਂ ਮਾਰੋ, ਮੈਂ ਹੁਣ ਤੁਹਾਡੇ ਵੱਸ ਹਾਂ। ਪਰ ਮੈਨੂੰ ਥੋੜ੍ਹਾ ਘਾਹ ਜ਼ਰੂਰ ਦਿਓ, ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ। ਜਿਹੜੀ ਲੂੰਬੜੀ ਹੈ ਉਹ ਚਲਾਕ ਸੀ। ਉਸਨੇ ਕਿਹਾ ਕਿ ਮੈਂ ਤੁਹਾਡੇ ਵੱਸ ਹਾਂ, ਬੇਸ਼ੱਕ ਤੁਸੀਂ ਮੈਨੂੰ ਮਾਰ ਦਿਓ ਜਾਂ ਰੱਖ ਲਵੋ, ਪਰੰਤੂ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ ਔਰ ਮੈਨੂੰ ਥੋੜ੍ਹਾ ਜਿਹਾ ਘਾਹ ਜਿਹੜਾ ਖਾਣ ਵਾਸਤੇ ਦਿੱਤਾ ਜਾਵੇ। ਦੂਜੇ ਜੀਵਾਂ ਦਾ ਮਨ ਪਸੀਜ ਗਿਆ। ਜਿਹੜੇ ਬਾਕੀ ਜੀਵ ਸਨ, ਜਿੰਨੇ ਸਨ, ਉਹਨਾਂ ਦਾ ਮਨ ਜਿਹੜਾ ਸੀ ਉਹਨਾਂ ਵਿੱਚ ਤਰਸ ਆ ਗਿਆ, ਦਇਆ ਆ ਗਈ, ਰਹਿਮ ਆ ਗਿਆ। ਪਸੀਜ ਜਾਣਾ ਭਾਵ ਮਨ ਦੇ ਵਿੱਚ ਰਹਿਮ ਆ ਜਾਣਾ। ਖਰਗੋਸ਼ ਨੇ ਘਾਹ ਲਿਆ ਕੇ ਚੰਦਰੀ ਲੂੰਬੜੀ ਅੱਗੇ ਪਾ ਦਿੱਤਾ। ਲੂੰਬੜੀ ਵੀ ਦਿਖਾਵਾ ਕਰਦੇ ਹੋਏ ਘਾਹ ਦੀਆਂ ਤਿੜਾਂ ਚਿੱਥਣ ਲੱਗ ਪਈ। ਜਿਹੜੇ ਘਾਹ ਦੇ ਛੋਟੇ ਛੋਟੇ ਬੂਟੇ ਸਨ ਉਹ ਲੂੰਬੜੀ ਖਾਣ ਲੱਗ ਪਈ। ਖਾ ਨਹੀਂ ਸੀ ਰਹੀ ਪਰੰਤੂ ਖਾਣ ਦਾ ਪਖੰਡ ਕਰ ਰਹੀ ਸੀ। ਜੀਵ ਇੱਕ ਇੱਕ ਕਰਕੇ ਉੱਥੋਂ ਜਾਣ ਸ਼ੁਰੂ ਹੋ ਗਏ। ਜਿੰਨੇ ਵੀ ਜੀਵ ਉੱਥੇ ਇਕੱਠੇ ਹੋਏ ਸਨ, ਹੌਲੀ ਹੌਲੀ ਸਾਰੇ ਉਹ ਉੱਥੋਂ ਜਾਣ ਲੱਗ ਪਏ। ਬੁੱਢਾ ਖਰਗੋਸ਼ ਉੱਥੇ ਹੀ ਬੈਠਾ ਰਿਹਾ ਅਤੇ ਬੋਲਿਆ, ਹੁਣ ਤੂੰ ਇਹ ਘਾਹ ਖਾ ਕੇ ਵਾਪਸ ਚਲੀ ਜਾਵੀਂ। ਬੁੱਢੇ ਖਰਗੋਸ਼ ਨੇ ਕਿਹਾ, ਤੂੰ ਇਹ ਘਾਹ ਖਾ ਲੈ ਔਰ ਘਾਹ ਖਾ ਕੇ ਤੂੰ ਇੱਥੋਂ ਵਾਪਸ ਚਲੀ ਜਾਵੀਂ। ਕੋਈ ਹੋਰ ਵੇਲਾ ਹੁੰਦਾ ਤਾਂ ਲੂੰਬੜੀ 'ਚ ਭੱਟਾ ਮਾਰ ਕੇ ਬੁੱਢੇ ਖਰਗੋਸ਼ ਨੂੰ ਦਬੋਚ ਲੈਂਦੀ ਅਤੇ ਮਾਰ ਦਿੰਦੀ। ਪਰ ਨਿਢਾਲ ਹੋਣ ਕਰਕੇ ਉਹਨੂੰ ਹਿੱਲਣਾ ਵੀ ਔਖਾ ਲੱਗ ਰਿਹਾ ਸੀ। ਨਿਢਾਲ ਭਾਵ ਬਿਲਕੁਲ ਸੁਸਤ ਹੋਈ ਪਈ ਸੀ ਉਹ, ਕਿਉਂਕਿ ਉਸਦੀ ਥਕਾਵਟ ਨਾਲ ਬਹੁਤ ਬੁਰੀ ਹਾਲਤ ਸੀ। ਇਸ ਕਰਕੇ ਜੇਕਰ ਕੋਈ ਹੋਰ ਸਮਾਂ ਹੁੰਦਾ ਤਾਂ ਉਹ ਉਸ ਬੁੱਢੇ ਖਰਗੋਸ਼ ਨੂੰ ਪਕੜ ਕੇ ਖਾ ਜਾਂਦੀ, ਪਰੰਤੂ ਉਹਦੇ ਵਿੱਚ ਹਿੰਮਤ ਨਹੀਂ ਸੀ, ਇਸ ਕਰਕੇ ਉਹ ਉੱਥੇ ਬੈਠ ਗਈ ਸੀ। ਉਹਨੇ ਤਰਲਾ ਲੈ ਕੇ ਆਖਿਆ, ਪੱਥਰਾਂ ਨਾਲ ਵੱਜ ਕੇ ਮੇਰੇ ਬਹੁਤ ਸੱਟਾਂ ਲੱਗ ਗਈਆਂ ਨੇ। ਮੈਂ ਬਹੁਤ ਕਮਜ਼ੋਰ ਹੋ ਗਈ ਹਾਂ। ਮੈਨੂੰ ਕੁਝ ਦਿਨ ਇੱਥੇ ਰਹਿ ਲੈਣ ਦਿਓ। ਕੁਝ ਵੱਲ ਹੋਣ ਤੋਂ ਪਿੱਛੋਂ ਮੈਂ ਆਪੇ ਚਲੀ ਜਾਵਾਂਗੀ। ਵੱਲ ਹੋ ਜਾਣਾ ਭਾਵ ਕੁਝ ਠੀਕ ਹੋ ਜਾਣਾ। ਲੂੰਬੜੀ ਨੇ ਤਰਲਾ ਕੀਤਾ ਕਿ ਮੈਂ ਪੱਥਰਾਂ ਨਾਲ ਵੱਜ ਕੇ ਮੇਰੀ ਬਹੁਤ ਬੁਰੀ ਹਾਲਤ ਹੋ ਗਈ ਹੈ, ਮੇਰੇ ਕੋਲ ਚੱਲਿਆ ਵੀ ਨਹੀਂ ਜਾ ਰਿਹਾ, ਅਤੇ ਜਦੋਂ ਮੈਂ ਠੀਕ ਹੋ ਜਾਵਾਂਗੀ ਤਾਂ ਮੈਂ ਆਪੇ ਇੱਥੋਂ ਚਲੀ ਜਾਵਾਂਗੀ। ਚੰਦਰੀ ਲੂੰਬੜੀ ਦੀ ਗੱਲ ਮੰਨ ਕੇ ਬੁੱਢਾ ਖਰਗੋਸ਼ ਵੀ ਚਲਿਆ ਗਿਆ। ਜਿਹੜਾ ਬੁੱਢਾ ਖਰਗੋਸ਼ ਸੀ, ਜਦੋਂ ਲੂੰਬੜੀ ਨੇ ਅਜਿਹਾ ਕਿਹਾ ਅਤੇ ਉਹਦੀ ਗੱਲ ਮੰਨ ਕੇ ਬੁੱਢਾ ਖਰਗੋਸ਼ ਵੀ ਉੱਥੋਂ ਚਲਾ ਗਿਆ। ਬੁੱਢਾ ਖਰਗੋਸ਼ ਨਜ਼ਰਾਂ ਤੋਂ ਓਹਲੇ ਹੋਇਆ ਤਾਂ ਉਹਨੇ ਆਪਣੇ ਮੂੰਹ ਵਿੱਚ ਜਮ੍ਹਾਂ ਹੋਇਆ ਘਾਹ
ਥੂ ਥੂ ਕਰਕੇ ਥੁੱਕ ਦਿੱਤਾ। ਜਦੋਂ ਬੁੱਢਾ ਖਰਗੋਸ਼ ਵੀ ਉੱਥੋਂ ਚਲਾ ਗਿਆ ਤਾਂ ਉਸਨੇ ਜਿਹੜਾ ਮੂੰਹ ਵਿੱਚ ਘਾਹ ਉੱਤੇ ਇਕੱਠਾ ਹੋਇਆ ਸੀ ਉਹ ਸਾਰਾ ਉਸਨੇ ਹੌਲੀ ਹੌਲੀ ਕਰਕੇ ਥੁੱਕ ਦਿੱਤਾ। ਢਿੱਡ ਖਾਲੀ ਹੋਣ ਕਰਕੇ ਚੰਦਰੀ ਲੂੰਬੜੀ ਹੋਰ ਨਿਡਾਲ ਹੋ ਗਈ। ਹੁਣ ਕਿਉਂਕਿ ਉਸਨੂੰ ਭੁੱਖ ਬਹੁਤ ਲੱਗੀ ਹੋਈ ਸੀ, ਉਹਦੇ ਪੇਟ ਵਿੱਚ ਕੁਛ ਨਹੀਂ ਸੀਗਾ, ਇਸ ਕਰਕੇ ਉਹ ਹੋਰ ਕਮਜ਼ੋਰ ਹੁੰਦੀ ਜਾ ਰਹੀ ਸੀ। ਸਰੀਰ ਦੀ ਕਮਜ਼ੋਰੀ ਅਤੇ ਸੱਟਾਂ ਕਰਕੇ ਉਹ ਉੱਠਣ ਜੋਗੀ ਨਹੀਂ ਸੀ। ਚੰਦਰੀ ਲੂੰਬੜੀ ਨੂੰ ਆਪਣੇ ਆਪ 'ਤੇ ਤਰਸ ਆਉਣ ਲੱਗ ਪਿਆ ਸੀ। ਉਹਨੂੰ ਆਪਣੇ ਆਪ 'ਤੇ ਰਹਿਮ ਆਉਣ ਲੱਗ ਪਿਆ ਕਿ ਮੇਰੀ ਕਿਸ ਤਰ੍ਹਾਂ ਦੀ ਹਾਲਤ ਹੋ ਗਈ ਹੈ। ਉਹ ਸਾਰਾ ਦਿਨ ਭੁੱਖੀ ਪਈ ਰਹੀ। ਰਾਤ ਵੇਲੇ ਇੱਕ ਖਰਗੋਸ਼ ਘੁਰਨੇ ਵੱਲ ਪਰਤ ਰਿਹਾ ਸੀ। ਘੁਰਨਾ ਹੁੰਦਾ ਬੇਟਾ ਬਿੱਲ, ਜਿਹਦੇ ਵਿੱਚ ਖਰਗੋਸ਼ ਰਹਿੰਦੇ ਨੇ, ਨੀਚੇ ਜ਼ਮੀਨ ਵਿੱਚ ਕੱਢੀ ਹੋਈ ਜਿਹੜੀ ਬਿੱਲ ਹੈ ਉਹਨੂੰ ਘੁਰਨਾ ਬੋਲਦੇ ਨੇ। ਕਿ ਉਹ ਜਿਹੜਾ ਖਰਗੋਸ਼ ਸੀ, ਛੋਟਾ ਖਰਗੋਸ਼ ਸੀ ਇੱਕ, ਉਹ ਆਪਣੇ ਬਾਹਰੋਂ ਘੁੰਮ ਫਿਰ ਕੇ ਵਾਪਸ ਸ਼ਾਮ ਨੂੰ ਬਿੱਲ ਵਿੱਚ ਘੁਰਨੇ ਵਿੱਚ ਪਰਤ ਰਿਹਾ ਸੀ। ਉਹਨੂੰ ਚੰਦਰੀ ਲੂੰਬੜੀ ਬਾਰੇ ਕੁਝ ਪਤਾ ਨਹੀਂ ਸੀ। ਉਸ ਨੂੰ ਨਹੀਂ ਸੀ ਪਤਾ ਕਿ ਲੂੰਬੜੀ ਚੰਦਰੀ ਕੌਣ ਹੈ। ਉਹਨੇ ਉਤਸੁਕਤਾ ਨਾਲ ਲੂੰਬੜੀ ਵੱਲ ਦੇਖਿਆ। ਉਤਸੁਕਤਾ ਬੜੀ ਉਸਨੇ ਹੈਰਾਨੀ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਉਸ ਵੱਲ ਦੇਖਿਆ, ਲੂੰਬੜੀ ਵੱਲ ਦੇਖਿਆ ਅਤੇ ਹੌਲੀ ਹੌਲੀ ਚਲਾ ਗਿਆ। ਲੂੰਬੜੀ ਮੁਸਕਰਾਈ ਤਾਂ ਉਹਦੀ ਝਿਜਕ ਜਾਂਦੀ ਰਹੀ। ਜਿਹੜੀ ਲੂੰਬੜੀ ਸੀ ਅੱਗੋਂ ਮੁਸਕਰਾ ਪਈ ਅਤੇ ਜਿਹੜਾ ਉਹ ਖਰਗੋਸ਼ ਸੀ ਉਹਦੀ ਜਿਹੜੀ ਝਿਜਕ ਭਾਵ ਸ਼ਰਮ ਜਿਹੜੀ ਸੀ ਉਹਦੀ ਉਹ ਚਲੀ ਗਈ। ਚੰਦਰੀ ਲੂੰਬੜੀ ਨੇ ਇੱਕ ਵਾਰ ਚੁਫੇਰੇ ਦੇਖਿਆ ਅਤੇ ਫਿਰ ਖਰਗੋਸ਼ ਨੂੰ ਪੰਜਿਆਂ ਵਿੱਚ ਦਬੋਚ ਲਿਆ। ਚੰਦਰੀ ਲੂੰਬੜੀ ਨੇ ਸਾਰੇ ਪਾਸੇ ਦੇਖਿਆ, ਉਸਨੂੰ ਕੋਈ ਦੇਖ ਨਹੀਂ ਰਿਹਾ, ਅਤੇ ਜਦੋਂ ਉਸਨੇ ਦੇਖਿਆ ਮੈਨੂੰ ਕੋਈ ਨਹੀਂ ਦੇਖ ਰਿਹਾ ਤਾਂ ਉਸਨੇ ਉਸ ਛੋਟੇ ਖਰਗੋਸ਼ ਨੂੰ ਆਪਣੇ ਪੰਜਿਆਂ ਦੇ ਵਿੱਚ ਦਬੋਚ ਲਿਆ, ਭਾਵ ਉਸਦਾ ਸ਼ਿਕਾਰ ਕਰ ਲਿਆ। ਸਵੇਰ ਤੱਕ ਲੂੰਬੜੀ ਦੇ ਸਰੀਰ ਵਿੱਚ ਤਾਕਤ ਪਰਤ ਆਈ, ਕਿਉਂਕਿ ਉਸਨੇ ਖਰਗੋਸ਼ ਨੂੰ ਮਾਰ ਕੇ ਖਾ ਲਿਆ ਸੀ ਛੋਟੇ ਨੂੰ, ਇਸ ਕਰਕੇ ਉਹਦੇ ਸਰੀਰ ਦੇ ਵਿੱਚ ਤਾਕਤ ਵਾਪਸ ਪਰਤ ਆਈ ਸੀ। ਹੁਣ ਉਹਦਾ ਢਿੱਡ ਵੀ ਖਾਲੀ ਨਹੀਂ ਸੀ। ਉਹਨੇ ਉੱਠ ਕੇ ਆਕੜ ਭੰਨੀ ਅਤੇ ਜੰਗਲ ਵੱਲ ਤੁਰ ਪਏ। ਜੰਗਲ ਵਿੱਚ ਸਾਰਾ ਕੁਝ ਪਹਿਲਾਂ ਵਾਂਗ ਹੀ ਸੀ। ਕੁਝ ਦਿਨਾਂ ਤੋਂ ਖਰਗੋਸ਼ ਇੱਕ ਇੱਕ ਕਰਕੇ ਗੁੰਮ ਹੋ ਰਹੇ ਸਨ। ਹੁਣ ਕੁਝ ਦਿਨ ਹੋਰ ਬੀਤ ਗਏ ਅਤੇ ਹੌਲੀ ਹੌਲੀ ਕੀ ਹੋ ਰਿਹਾ ਸੀਗਾ ਕਿ ਜਿਹੜੇ ਛੋਟੇ ਛੋਟੇ ਖਰਗੋਸ਼ ਸਨ ਹੌਲੀ ਹੌਲੀ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਸੀ, ਗੁੰਮ ਹੁੰਦੇ ਜਾ ਰਹੇ ਸਨ। ਜੰਗਲ ਵਿੱਚ ਗਿਆ ਕੱਲਾ ਮੀਨਸ ਇਕੱਲਾ ਖਰਗੋਸ਼ ਕਦੇ ਵੀ ਪਰਤ ਕੇ ਘਰ ਨਹੀਂ ਸੀ ਆਉਂਦਾ। ਜਦੋਂ ਕਦੇ ਕੋਈ ਛੋਟਾ ਖਰਗੋਸ਼ ਜੰਗਲ ਵਾਲੇ ਪਾਸੇ ਨੂੰ ਇਕੱਲਾ ਚਲਾ ਜਾਂਦਾ ਸੀ ਤਾਂ ਉਹ ਕਦੇ ਵੀ ਪਰਤ ਕੇ ਵਾਪਸ ਨਹੀਂ ਸੀ ਆਉਂਦਾ। ਕੋਈ ਅਣਦਿਸਦਾ ਦੁਸ਼ਮਣ ਸੀ ਜਿਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਕੋਈ ਦਿਸਦਾ ਹੋਇਆ ਨਹੀਂ ਸੀ, ਪਰੰਤੂ ਅਣਦਿਸਦਾ ਦੁਸ਼ਮਣ ਸੀ ਜੋ ਹੌਲੀ ਹੌਲੀ ਕਰਕੇ ਉਹਨਾਂ ਉੱਤੇ ਹਮਲਾ ਕਰ ਰਿਹਾ ਸੀ। ਚੰਦਰੀ ਲੂੰਬੜੀ ਦਿਨ ਵੇਲੇ ਅਲੂਮੇ ਖਰਗੋਸ਼ਾਂ ਨਾਲ ਖੂਬ ਖੇਡਦੀ। ਅਲੂਮੇ ਹੁੰਦੇ ਬਿਲਕੁਲ ਨਰਮ ਛੋਟੇ ਜਿਹੜੇ ਖਰਗੋਸ਼ ਸੀ, ਸੁਬਾਹ ਉਹਨਾਂ ਨਾਲ ਖੇਡਦੀ ਰਹਿੰਦੀ। ਚੰਦਰੀ ਲੂੰਬੜੀ ਦਿਨ ਵੇਲੇ ਉਹਨਾਂ ਖਰਗੋਸ਼ਾਂ ਨਾਲ ਖੇਡਦੀ ਰਹਿੰਦੀ। ਉਹਨਾਂ ਨੂੰ ਹਰ ਹੀਲੇ ਹਸਾਉਣ ਦੀ ਕੋਸ਼ਿਸ਼ ਕਰਦੀ, ਹਰ ਹੀਲੇ ਭਾਵ ਹਰ ਤਰੀਕੇ ਨਾਲ ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਉਹਨਾਂ ਨਾਲ ਬਹਿ ਕੇ ਉਹ ਘਾਹ ਖਾਣ ਦਾ ਦਿਖਾਵਾ ਵੀ ਕਰਦੀ। ਉਹ ਪਖੰਡ ਕਰਦੀ ਸੀ ਵੀ ਉਹ ਘਾਹ ਖਾ ਰਹੀ, ਜਿਵੇਂ ਖਰਗੋਸ਼ ਘਾਹ ਖਾਂਦੇ ਸਨ ਉਸ ਤਰ੍ਹਾਂ ਹੀ ਲੂੰਬੜੀ ਉਹਨਾਂ ਲਾਗੇ ਬੈਠ ਕੇ ਘਾਹ ਖਾਣ ਦਾ ਪਖੰਡ ਕਰਦੀ ਸੀ, ਢੌਂਗ ਕਰਦੀ ਸੀ। ਉਸ ਉੱਤੇ ਕੋਈ ਸ਼ੱਕ ਨਹੀਂ ਸੀ ਕਰਦਾ, ਉਹਦੇ ਉੱਤੇ ਕੋਈ ਸ਼ੱਕ ਨਹੀਂ ਸੀ ਕਰ ਰਿਹਾ ਕਿ ਸ਼ਾਇਦ ਇਹੀ ਮਾਰ ਕੇ ਖਾਂਦੀ ਹੋਵੇ। ਖਰਗੋਸ਼ ਬਹੁਤ ਭੋਲੇ ਸਨ। ਉਹ ਦਿਨ ਵੇਲੇ ਆਪਣੀ ਮੁਸੀਬਤ ਭੁੱਲ ਜਾਂਦੇ ਸਨ ਅਤੇ ਰਾਤ ਵੇਲੇ ਖਤਰਿਆਂ ਵਿੱਚ ਘਿਰ ਜਾਂਦੇ ਸਨ। ਜਿਹੜੇ ਖਰਗੋਸ਼ ਸਨ ਬੜੇ ਭੋਲੇ ਭਾਲੇ ਸਨ। ਉਹ ਦਿਨ ਵੇਲੇ ਤੋਂ ਵਿਚਾਰੇ ਉਹਦੇ ਨਾਲ ਖੇਡਦੇ ਰਹਿੰਦੇ, ਉਹਨਾਂ ਨੂੰ ਕੋਈ ਖਬਰ ਨਹੀਂ ਸੀ ਹੁੰਦੀ ਕਿ ਉਹ ਕੀ ਕਰ ਰਹੀ ਹੈ ਜਾਂ ਉਹ ਕੀ ਕਰੇਗੀ। ਪਰੰਤੂ ਜਦੋਂ ਰਾਤ ਪੈਂਦੀ ਸੀ ਉਹਨਾਂ ਉੱਪਰ ਖਤਰਾ ਜਿਹੜਾ ਸੀ ਮੰਡਰਾਉਣ ਲੱਗ ਪੈਂਦਾ ਸੀ ਖਰਗੋਸ਼ਾਂ ਉੱਪਰ। ਇੱਕ ਦਿਨ ਭੋਲੂ, ਪੀਲਾ, ਛੋਟੂ ਅਤੇ ਹੋਰ ਕਈ ਖਰਗੋਸ਼ ਖੇਡਦੇ ਦੂਰ ਨਿਕਲ ਗਏ। ਇਹ ਸਭ ਖਰਗੋਸ਼ਾਂ ਦੇ ਨਾਮ ਹਨ। ਉਹ ਜਿਹੜੇ ਇਕੱਠੇ ਹੋ ਕੇ ਸਾਰੇ ਹੀ ਬਾਹਰ ਕਿਤੇ ਦੂਰ ਖੇਡਣ ਵਾਸਤੇ ਗਏ ਹੋਏ ਸਨ। ਵਾਪਸ ਆਉਂਦਿਆਂ ਗੂੜਾ ਹਨੇਰਾ ਫੈਲ ਗਿਆ। ਜਦੋਂ ਵਾਪਸ ਆਏ ਤਾਂ ਬਹੁਤ ਗੂੜਾ ਹਨੇਰਾ ਹੋ ਚੁੱਕਾ ਸੀ। ਰਾਹ ਵਿੱਚ ਉਹਨਾਂ ਨੇ ਇੱਕ ਭਿਆਨਕ ਦ੍ਰਿਸ਼ ਦੇਖਿਆ। ਉਹ ਸਹਿਮ ਕੇ ਖਲੋ ਗਏ, ਡਰ ਕੇ ਖਲੋ ਗਏ। ਉਹਨਾਂ ਦ੍ਰਿਸ਼ ਦੇਖਿਆ ਇਹੋ ਜਿਹਾ। ਚੰਦਰੀ ਲੂੰਬੜੀ ਕਿਸੇ ਇਕੱਲੇ ਖਰਗੋਸ਼ ਦੀ ਤਾਕ ਵਿੱਚ ਬੈਠੀ ਹੋਈ ਸੀ। ਤਾਕ ਵਿੱਚ ਭਾਲ ਵਿੱਚ ਬੈਠੀ ਜਿਹੜੀ ਲੂੰਬੜੀ ਸੀਗਾ ਉਹ ਦੇਖ ਰਹੀ ਸੀ ਇਕੱਲਾ ਕੋਈ ਖਰਗੋਸ਼ ਆਵੇ ਤਾਂ ਮੈਂ ਉਸਨੂੰ ਫੜਾਂ। ਉਹਨੇ ਸ਼ਹਿ ਕੇ ਇੱਕ ਖਰਗੋਸ਼ 'ਤੇ ਝਪਟਾ ਮਾਰਿਆ। ਸ਼ਹਿ ਕੇ ਬੜੇ ਆਰਾਮ ਦੇ ਨਾਲ, ਬੜਾ ਚੋਰੀ ਉਸਨੇ ਇੱਕ ਖਰਗੋਸ਼ ਉੱਪਰ ਝਪਟਾ ਮਾਰਿਆ ਅਤੇ ਉਹਦੀ ਚੀਰ ਫਾੜ ਕਰਨ ਲੱਗ ਪਈ। ਜਦੋਂ ਦੇਖਿਆ ਇਕੱਲਾ ਖਰਗੋਸ਼ ਉਹਨੇ ਪਕੜ ਲਿਆ ਔਰ ਉਸਨੂੰ ਚੀਰ ਫਾੜ ਕਰਕੇ ਖਾਣ ਲੱਗ ਪਈ। ਖਰਗੋਸ਼ਾਂ ਦੇ ਗੁੰਮ ਹੋਣ ਦਾ ਭੇਦ ਇੱਕਦਮ ਖੁੱਲ੍ਹ ਗਿਆ। ਜਿਹੜੇ ਖਰਗੋਸ਼ ਬਾਕੀ ਸਾਰੇ ਝੁੰਡ ਇਕੱਠਾ ਹੋਇਆ ਸੀ ਉਹਨਾਂ ਨੇ ਦੇਖ ਲਿਆ ਕਿ ਜੋ ਸਾਡੇ ਛੋਟੇ ਛੋਟੇ ਖਰਗੋਸ਼ ਗੁੰਮ ਹੁੰਦੇ ਜਾ ਰਹੇ ਹਨ ਉਹਦੇ ਪਿੱਛੇ ਜਿਹੜੀ ਇਹ ਲੂੰਬੜੀ ਹੈ ਇਹੀ ਹੈ। ਤਾਂ ਉਸ ਸਮੇਂ ਖਰਗੋਸ਼ਾਂ ਦੇ ਗੁੰਮ ਹੋਣ ਦਾ ਭੇਦ ਇੱਕਦਮ ਖੁੱਲ੍ਹ ਗਿਆ। ਉਹ ਇੰਨੇ ਰੋਹ ਵਿੱਚ ਆਏ, ਰੋਹ ਮੀਨਸ ਗੁੱਸੇ ਵਿੱਚ, ਉਹ ਇੰਨੇ ਗੁੱਸੇ ਵਿੱਚ ਆ ਗਏ ਕਿ ਉਹਨਾਂ ਨੇ ਆਪਣੇ ਖਰਗੋਸ਼ ਹੋਣ ਦਾ ਚੇਤਾ ਹੀ ਨਾ ਰਿਹਾ। ਉਹਨਾਂ ਨੂੰ ਇਹ ਚੇਤਾ ਨਹੀਂ ਰਿਹਾ ਕਿ ਅਸੀਂ ਖਰਗੋਸ਼ ਹਾਂ, ਕਿਉਂਕਿ ਉਹਨਾਂ ਵਿੱਚ ਇੰਨਾ ਜੋਸ਼ ਆ ਗਿਆ, ਇੰਨੀ ਹਿੰਮਤ ਆ ਗਈ
ਉਹ ਸਾਰੇ ਟੁੱਟ ਕੇ ਲੂੰਬੜੀ ਨੂੰ ਪੈ ਗਏ। ਉਹ ਜਿੰਨੇ ਖਰਗੋਸ਼ ਸਾਰੇ ਇਕੱਠੇ ਹੋਏ ਸਨ ਉਹ ਸਾਰਿਆਂ ਨੇ ਟੁੱਟ ਕੇ ਇੱਕਦਮ ਹਮਲਾ ਕਰ ਦਿੱਤਾ ਲੂੰਬੜੀ ਉੱਪਰ। ਉਹਨਾਂ ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਚੰਦਰੀ ਲੂੰਬੜੀ ਨੂੰ ਕੋਹ ਸੁੱਟਿਆ। ਭਾਵ ਉਹਦੀ ਬਹੁਤ ਬੁਰੀ ਹਾਲਤ ਕਰਦੀ, ਜਿਹੜੀ ਲੂੰਬੜੀ ਸੀਗਾ ਉਹਦੇ ਉੱਪਰ ਦੰਦਾਂ ਨਾਲ ਹਮਲਾ ਕਰਕੇ ਉਸਨੂੰ ਬਹੁਤ ਬੁਰੇ ਹਾਲਤ ਤੱਕ ਕਰ ਦਿੱਤਾ। ਲੂੰਬੜੀ ਦੇ ਮਰਨ ਦੀ ਖਬਰ ਇੱਕਦਮ ਸਾਰੇ ਜੰਗਲ ਵਿੱਚ ਫੈਲ ਗਈ। ਉਹਨਾਂ ਨੇ ਲੂੰਬੜੀ ਨੂੰ ਮਾਰ ਦਿੱਤਾ। ਖਰਗੋਸ਼ਾਂ ਛੋਟੇ ਨੇ ਇਕੱਠੇ ਹੋ ਕੇ ਲੂੰਬੜੀ ਨੂੰ ਮਾਰ ਦਿੱਤਾ ਅਤੇ ਇਹ ਸਾਰੀ ਗੱਲ ਜਿਹੜੀ ਜੰਗਲ ਵਿੱਚ ਫੈਲ ਗਈ। ਸਾਰੇ ਜੀਵ ਹੁੰਮ ਹਮਾ ਕੇ ਖਰਗੋਸ਼ਾਂ ਦੇ ਡੇਰੇ 'ਤੇ ਇਕੱਠੇ ਹੋ ਗਏ। ਜਿੰਨੇ ਵੀ ਜੰਗਲ ਦੇ ਜੀਵ ਸਨ ਉਹ ਸਾਰੇ ਇਕੱਠੇ ਹੋ ਕੇ ਜਿਹੜੇ ਖਰਗੋਸ਼ਾਂ ਦੇ ਡੇਰੇ ਉੱਪਰ ਆ ਗਏ। ਸਾਰਿਆਂ ਜੀਵਾਂ ਨੇ ਬਹੁਤ ਦਿਨਾਂ ਪਿੱਛੋਂ ਬੁੱਢੇ ਖਰਗੋਸ਼ ਦੇ ਚਿਹਰੇ 'ਤੇ ਖੁਸ਼ੀ ਦੀ ਚਮਕ ਦੇਖੀ ਸੀ। ਜਿਹੜਾ ਬੁੱਢਾ ਖਰਗੋਸ਼ ਸੀ ਉਹ ਵੀ ਦੁਖੀ ਹੋ ਰਿਹਾ ਸੀ ਕਿ ਉਹਦੇ ਜਿਹੜੇ ਛੋਟੇ ਛੋਟੇ ਜਿਹੜੇ ਜੀਵ ਨੇ ਉਹ ਮਾਰੇ ਜਾ ਰਹੇ ਨੇ, ਅਤੇ ਅੱਜ ਉਹ ਜਿਹੜਾ ਬੁੱਢਾ ਖਰਗੋਸ਼ ਸੀ ਉਹ ਵੀ ਖੁਸ਼ ਨਜ਼ਰ ਆ ਰਿਹਾ ਸੀ। ਇਹੋ ਖੁਸ਼ੀ ਸਾਰਿਆਂ ਦੇ ਜੀਵਾਂ ਦੇ ਮਨਾਂ ਵਿੱਚ ਸੀ। ਚੰਦਰੀ ਲੂੰਬੜੀ ਨੇ ਮੌਕਾ ਮਿਲਣ 'ਤੇ ਉਹਨਾਂ ਦਾ ਸ਼ਿਕਾਰ ਕਰਨਾ ਸੀ। ਜੇਕਰ ਇਹ ਪਤਾ ਨਾ ਲੱਗਦਾ ਤਾਂ ਹੌਲੀ ਹੌਲੀ ਜਿਹੜੀ ਚੰਦਰੀ ਲੂੰਬੜੀ ਸੀ ਉਹਨੇ ਸਭ ਦਾ ਸ਼ਿਕਾਰ ਕਰ ਲੈਣਾ ਸੀ। ਕਿਸੇ ਵੀ ਜੰਗਲ ਵਿੱਚ ਹੁਣ ਤੱਕ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਸੀ ਕਿ ਖਰਗੋਸ਼ਾਂ ਹੱਥੋਂ ਲੂੰਬੜੀ ਮਾਰੀ ਗਈ ਹੋਵੇ। ਸ਼ਾਇਦ ਕਹਿੰਦੇ ਇਹ ਜੰਗਲ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਖਰਗੋਸ਼ਾਂ ਨੇ ਲੂੰਬੜੀ ਨੂੰ ਮਾਰ ਦਿੱਤਾ ਹੋਵੇ। ਬੁੱਢੇ ਖਰਗੋਸ਼ ਨੇ ਆਖਿਆ, ਇਹ ਤਾਕਤ ਖਰਗੋਸ਼ਾਂ ਦੀ ਨਹੀਂ ਏਕੇ ਦੀ ਹੈ। ਬੁੱਢੇ ਖਰਗੋਸ਼ ਨੇ ਕਿਹਾ ਕਿ ਇਹ ਜਿਹੜੀ ਤਾਕਤ ਹੈ ਖਰਗੋਸ਼ਾਂ ਦੀ ਨਹੀਂ ਹੈ ਬਲਕਿ ਏਕਤਾ ਦੀ ਹੈ, ਏਕੇ ਦੀ ਹੈ। ਖਰਗੋਸ਼ ਚਾਹੁਣ ਤਾਂ ਆਪਣੇ ਏਕੇ ਦੀ ਤਾਕਤ ਨਾਲ ਸ਼ੇਰ ਨੂੰ ਵੀ ਮਾਰ ਸਕਦੇ ਹਨ। ਬੁੱਢੇ ਖਰਗੋਸ਼ ਨੇ ਕਿਹਾ ਕਿ ਜੇਕਰ ਖਰਗੋਸ਼ ਚਾਹੁਣ ਤਾਂ ਆਪਣੀ ਤਾਕਤ ਨਾਲ ਇਹ ਸ਼ੇਰ ਦਾ ਵੀ ਸ਼ਿਕਾਰ ਕਰ ਸਕਦੇ ਹਨ, ਭਾਵ ਕਿ ਸ਼ੇਰ ਨੂੰ ਵੀ ਮਾਰ ਸਕਦੇ ਹਨ। ਤਾਂ ਇਸ ਤਰ੍ਹਾਂ ਪਿਆਰੇ ਬੱਚਿਓ ਉਹਨਾਂ ਸਾਰੇ ਛੋਟੇ ਛੋਟੇ ਖਰਗੋਸ਼ਾਂ ਨੇ ਇਕੱਠੇ ਹੋ ਕੇ ਉਸ ਲੂੰਬੜੀ ਦਾ ਖਾਤਮਾ ਕੀਤਾ। ਅਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਇਕੱਠੇ ਹੋਵਾਂਗੇ ਤਾਂ ਇਕੱਠੇ ਹੋ ਕੇ ਅਸੀਂ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਕਿਸੇ ਵੀ ਮੁਸੀਬਤ ਨੂੰ ਟਾਲ ਸਕਦੇ ਹਾਂ। ਪਰੰਤੂ ਜੇਕਰ ਅਸੀਂ ਵੱਖ-ਵੱਖ ਹੋ ਗਏ ਤਾਂ ਅਸੀਂ ਕਿਸੇ ਵੀ ਮੁਸੀਬਤ ਵਿੱਚ ਘਿਰ ਸਕਦੇ ਹਾਂ। ਅਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਸਮਝ ਆ ਜਾਵੇਗੀ। ਧੰਨਵਾਦ।